ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਆਲ ਟਾਈਮ ਲਰਨਰ ਉੱਪਰ। ਅੱਜ ਤੋਂ ਅਸੀਂ MCQ ਟੈਸਟ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਨੂੰ ਕਿ ਮਾਸਟਰ ਕੇਡਰ ਦੇ ਸਿਲੇਬਸ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਤੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਜੋ ਕੁਐਸਚਨ ਪੁੱਛੇ ਜਾ ਚੁੱਕੇ ਨੇ ਵੀ ਉਹਨਾਂ ਨੂੰ ਵੀ ਇਸ ਟੈਸਟ ਸੀਰੀਜ਼ ਦੇ ਵਿੱਚ ਸ਼ਾਮਲ ਕੀਤਾ ਗਿਆ ਤਾਂ ਕਿ ਜਿਹੜੀ ਤੁਹਾਡੀ ਤਿਆਰੀ ਹੈ ਹੋਰ ਵਧੀਆ ਤਰੀਕੇ ਦੇ ਨਾਲ ਹੋ ਸਕੇ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਤੇ ਆਖਰ ਤੇ ਤੁਹਾਡੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਦੇਖਦੇ ਹਾਂ ਜੀ ਪਹਿਲਾ ਕੁਐਸਚਨ ਹੈ ਸਾਡੇ ਕੋਲੇ ਕਾਫੀ ਕਿਸ ਪ੍ਰਣਾਲੀ ਦਾ ਪ੍ਰਧਾਨ ਰੂਪ ਹੈ। ਆਪਸ਼ਨ ਹੈ ਜੀ ਊੜਾ ਕਿੱਸਾ, ਆੜਾ ਗੁਰਬਾਣੀ, ਈੜੀ ਲੋਕ ਕਾਵਿ, ਸੱਸਾ ਸੂਫੀ ਕਾਵਿ। ਸੋ ਜੇਕਰ ਅਸੀਂ ਦੇਖੀਏ ਕਿੱਸੇ ਕਾਵਿ ਦੇ ਵਿੱਚ ਜ਼ਿਆਦਾਤਰ ਕਿੱਸੇ ਲਿਖੇ ਗਏ ਨੇ, ਗੁਰਬਾਣੀ ਦੇ ਵਿੱਚ ਬਹੁਤ ਸਾਰੇ ਕਾਵਿ ਰੂਪ ਵਰਤੇ ਗਏ ਨੇ ਤੇ ਲੋਕ ਕਾਵਿ ਦੇ ਵਿੱਚ ਵੀ ਬਹੁਤ ਸਾਰੇ ਕਾਵਿ ਰੂਪ ਆਉਂਦੇ ਨੇ, ਪਰ ਜਿਹੜਾ ਸੂਫੀ ਕਾਵਿ ਧਾਰਾ ਹੈਗੀ ਇਹਦੇ ਵਿੱਚ ਪ੍ਰਮੁੱਖ ਤੌਰ ਤੇ ਕਾਫੀ ਵਰਤੀ ਗਈ ਹੈ, ਇਸ ਲਈ ਇਹਦਾ ਆਨਸਰ ਹੋਵੇਗਾ ਜੀ ਸੂਫੀ, ਕਿਉਂਕਿ ਕਾਫੀ ਇਸ ਵਿੱਚ ਪ੍ਰਧਾਨ ਰੂਪ ਚ ਸਾਹਮਣੇ ਆਉਂਦੀ ਹੈਗੀ, ਕਾਵਿ ਰੂਪ ਆ ਜਿਹੜਾ ਕਾਫੀ। ਦੂਜਾ ਕੁਐਸਚਨ ਹੈ ਜੀ ਸਾਡੇ ਕੋਲੇ ਮੁਗਲਾਂ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ ਵਿੱਚ ਪਹਿਲਾ ਸੰਕੇਤ ਕਿਸ ਵੱਲ ਹੈ। ਜਿਹੜੀਆਂ ਸਤਰਾਂ ਨੇ ਜਿਹੜੀਆਂ ਕਿ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦੇ ਵਿੱਚੋਂ ਲਈਆਂ ਗਈਆਂ ਨੇ। ਪਹਿਲਾ ਆਪਸ਼ਨ ਹੈ ਜੀ ਮੁਗਲ, ਦੂਜਾ ਸਿੱਖ, ਤੀਜਾ ਭਗਤ, ਚੌਥਾ ਸੂਫੀ। ਸੋ ਇਸ ਦਾ ਆਨਸਰ ਹੈ ਜੀ ਸਹੀ ਕਰੈਕਟ ਆਨਸਰ ਹੈਗਾ ਜੀ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ ਵਿੱਚ ਪਹਿਲਾ ਸੰਕੇਤ ਸਿੱਖਾਂ ਦੇ ਵੱਲ ਹੈ। ਆੜਾ ਆਪਸ਼ਨ ਸਿੱਖ। ਤੀਜਾ ਕੁਐਸਚਨ ਹੈ ਜੀ ਡਿਓਢਾ ਰੂਪ ਦੀ ਰਚਨਾ ਕਿਸ ਪੰਜਾਬੀ ਕਵੀ ਨੇ ਕੀਤੀ। ਊੜਾ ਹਾਸ਼ਮ, ਆੜਾ ਵਾਰਿਸ ਸ਼ਾਹ, ਈੜੀ ਸ਼ਾਹ ਹੁਸੈਨ, ਸੱਸਾ ਬੁੱਲੇ ਸ਼ਾਹ। ਇਹਦਾ ਸਹੀ ਆਨਸਰ ਹੈ ਜੀ ਹਾਸ਼ਮ। ਹਾਸ਼ਮ ਨੇ ਜਿਹੜਾ ਡਿਓਢਾ ਰੂਪ ਦੀ ਵਰਤੋਂ ਕੀਤੀ ਹੈ, ਊੜਾ ਹਾਸ਼ਮ। ਚੌਥਾ ਕੁਐਸਚਨ ਸਾਡੇ ਕੋਲ ਹੈ ਜੀ ਤਸਵੁਫ ਦਾ ਸੰਬੰਧ ਹੈ ਊੜਾ ਰੋਮਾਂਸਵਾਦ ਨਾਲ, ਆੜਾ ਆਦਰਸ਼ਵਾਦ ਨਾਲ, ਈੜੀ ਅਸਤਿਤਵਵਾਦ ਨਾਲ, ਸੱਸਾ ਰਹੱਸਵਾਦ ਨਾਲ। ਜਿਹੜਾ ਤਸਵੁਫ ਸ਼ਬਦ ਹੈਗਾ ਇਹ ਸੂਫੀ ਦਾ ਪ੍ਰਭਾਸ਼ਕ ਨਾਂ ਗਾ, ਸੂਫੀ ਪਰੰਪਰਾ ਦਾ, ਉਹਨੂੰ ਪ੍ਰਭਾਸ਼ਕ ਤੌਰ ਤੇ ਤਸਵੁਫ ਕਹਿੰਦੇ ਨੇ। ਤੇ ਸੂਫੀ ਪਰੰਪਰਾ ਦਾ ਜਿਹੜਾ ਸੰਬੰਧ ਹੈਗਾ ਰਹੱਸਵਾਦ ਨਾਲ, ਇਸ ਲਈ ਤਸਵੁਫ ਦਾ ਵੀ ਸੰਬੰਧ ਕਿਹਦੇ ਨਾਲ ਹੋਇਆ, ਰਹੱਸਵਾਦ ਨਾਲ। ਸੱਸਾ ਰਹੱਸਵਾਦ ਇਹਦਾ ਸਹੀ ਆਨਸਰ ਹੈ ਜੀ। ਅੱਗੇ ਦੇਖਦੇ ਹਾਂ ਜੀ ਪੰਜਵਾਂ ਕੁਐਸਚਨ। ਸ਼ਾਹ ਹੁਸੈਨ ਦਾ ਸੰਬੰਧ ਕਿਸ ਸੰਪਰਦਾ ਦੇ ਨਾਲ ਹੈ। ਊੜਾ ਚਿਸ਼ਤੀ, ਆੜਾ ਮਲਾਮਤੀ, ਈੜੀ ਨਕਸ਼ਬੰਦੀ, ਸੱਸਾ ਸੁਹਰਾਵਰਦੀ। ਤੇ ਇੱਥੇ ਸਹੀ ਆਨਸਰ ਹੈ ਜੀ ਸ਼ਾਹ ਹੁਸੈਨ ਦਾ ਜਿਹੜਾ ਸੰਬੰਧ ਹੈਗਾ ਆੜਾ ਮਲਾਮਤੀ ਦੇ ਨਾਲ ਹੈ। ਇਹ ਜਿਹੜੀ ਵੱਖ-ਵੱਖ ਸੰਪਰਦਾਵਾਂ ਨੇ ਸੂਫੀਆਂ ਦੀਆਂ, ਚਿਸ਼ਤੀ, ਨਕਸ਼ਬੰਦੀ, ਸੁਹਰਾਵਰਦੀ, ਮਲਾਮਤੀ, ਇਹਨਾਂ ਦੇ ਵਿੱਚੋਂ ਇੱਕ ਹੈਗੀ ਮਲਾਮਤੀ ਸੰਪਰਦਾ, ਜਿਸ ਦਾ ਸੰਬੰਧ ਕਿਹਦੇ ਨਾਲ ਆ, ਸ਼ਾਹ ਹੁਸੈਨ ਦਾ ਜਿਹੜਾ ਉਸਦੇ ਨਾਲ ਸੰਬੰਧ ਹੈਗਾ। ਇਹਨਾਂ ਦੀ ਖਾਸੀਅਤ ਇਹ ਹੈ ਕਿ ਮਲਾਮਤ ਜਿਹੜੀ ਸੰਪਰਦਾ ਹੈਗੀ ਇਹਦੇ ਜਿਹੜੇ ਅਨੁਆਈ ਨੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਸੀ ਕਿ ਲੋਕ ਉਹਨਾਂ ਤੋਂ ਨਫ਼ਰਤ ਕਰਨ। ਮਲਾਮਤ ਦਾ ਅਰਥ ਹੁੰਦਾ ਜੀ ਫਿਟਕਾਰਨਾ, ਝਾੜ ਝਪਟ ਕਰਨੀ, ਵੀ ਲੋਕ ਉਹਨਾਂ ਤੋਂ ਨਫ਼ਰਤ ਕਰਨ, ਲੋਕ ਦੂਰ ਰਹਿਣ ਤੇ ਉਹ ਆਪਣੀ ਜਿਹੜਾ ਅਧਿਆਤਮਿਕ ਮਾਰਗ ਆ ਜਿਹੜਾ ਉਹਨਾਂ ਦੀ ਸਾਧਨਾ ਦੇ ਵਿੱਚ ਲੀਨ ਰਹਿ ਸਕਣ, ਤਾਂ ਜੋ ਕਿ ਇਸ ਲਈ ਸ਼ਾਹ ਹੁਸੈਨ ਜਿਹੜਾ ਮਲਾਮਤੀ ਸੰਪਰਦਾਇ ਦੇ ਨਾਲ ਸੰਬੰਧਿਤ ਸੀ। ਛੇਵਾਂ ਕੁਐਸਚਨ ਸਾਡੇ ਕੋਲ ਆਉਂਦਾ ਜੀ ਚਿਸ਼ਤੀ ਸੰਪਰਦਾਇ ਨਾਲ ਸੰਬੰਧਿਤ ਸੂਫੀ ਹੈ। ਚਿਸ਼ਤੀ ਸੰਪਰਦਾਇ ਨਾਲ ਕਿਹੜਾ ਸੂਫੀ ਸੰਬੰਧਿਤ ਹੈ। ਊੜਾ ਫਰੀਦ, ਆੜਾ ਸੁਲਤਾਨ ਬਾਹੂ, ਈੜੀ ਬੁੱਲੇ ਸ਼ਾਹ, ਸੱਸਾ ਸ਼ਾਹ ਹੁਸੈਨ। ਇਹਦਾ ਸਹੀ ਆਨਸਰ ਹੈ ਜੀ ਊੜਾ ਫਰੀਦ। ਜਿਹੜੇ ਫਰੀਦ ਜੀ ਸੀ ਉਹ ਚਿਸ਼ਤੀ ਸੰਪਰਦਾਇ ਦੇ ਨਾਲ ਸੰਬੰਧਿਤ ਸਨ। ਅੱਗੇ ਹੈ ਜੀ ਸਾਡੇ ਕੋਲੇ ਸੱਤਵਾਂ ਕੁਐਸਚਨ। ਗੁਰੂ ਨਾਨਕ ਦੇਵ ਜੀ ਨੇ 12 ਮਾਹਾਂ ਦੀ ਰਚਨਾ ਕੀਤੀ, ਕਿਹੜੇ ਰਾਗ ਦੇ ਵਿੱਚ 12 ਮਾਹਾਂ ਦੀ ਰਚਨਾ ਕੀਤੀ। ਕੁਐਸਚਨ ਹੈ ਸਾਡਾ
ਊੜਾ ਰਾਗ ਮਾਝ ਦੇ ਵਿੱਚ, ਆੜਾ ਸ੍ਰੀ ਰਾਗ ਦੇ ਵਿੱਚ, ਈੜੀ ਮਾਰੂ ਰਾਗ ਦੇ ਵਿੱਚ, ਸੱਸਾ ਤੁਖਾਰੀ ਰਾਗ ਦੇ ਵਿੱਚ। ਇਹਦਾ ਸਹੀ ਆਨਸਰ ਹੈ ਜੀ ਸੱਸਾ ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ 12 ਮਾਹ ਦੀ ਰਚਨਾ ਕੀਤੀ ਹੈ। ਇੱਕ 12 ਮਾਹ ਹੋਰ ਮਿਲਦਾ ਗੁਰਬਾਣੀ ਦੇ ਵਿੱਚ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਦੀ ਰਚਨਾ ਗਾ। ਉਹ ਕਿਹੜੇ ਰਾਗ ਦੇ ਵਿੱਚ ਹੈ? ਉਹ ਰਾਗ ਮਾਝ ਦੇ ਵਿੱਚ। 12 ਮਾਹ ਮਾਝ ਦੇ ਵਿੱਚ ਮਿਲਦਾ ਗਾ ਗੁਰੂ ਅਰਜਨ ਦੇਵ ਜੀ ਦੀ ਰਚਨਾ। ਇਹ ਤੁਖਾਰੀ ਰਾਗ ਦੇ ਵਿੱਚ। ਦੋਨੇ ਇੰਪੋਰਟੈਂਟ ਨੇ ਜੀ। ਅੱਗੇ ਜੀ 8ਵਾਂ ਕੁਐਸਚਨ ਸਾਡੇ ਕੋਲ, ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਹੈ? ਸਾਡੇ ਕੋਲ ਆਪਸ਼ਨ ਨੇ ਊੜਾ ਸ਼ਬਦ ਹਜ਼ਾਰੇ, ਆੜਾ ਜਪ ਸਾਹਿਬ, ਈੜੀ ਸੁਖਮਨੀ ਸਾਹਿਬ, ਸੱਸਾ ਆਨੰਦ ਸਾਹਿਬ। ਇਹਦਾ ਸਹੀ ਆਨਸਰ ਹੈ ਜੀ ਈੜੀ ਸੁਖਮਨੀ ਸਾਹਿਬ। ਜਿਹੜੀ ਅਸ਼ਟਪਦੀਆਂ ਨੇ ਸੁਖਮਨੀ ਸਾਹਿਬ ਦੇ ਵਿੱਚ ਮਿਲਦੀਆਂ ਨੇ, ਤੇ ਅਸ਼ਟਪਦੀਆਂ ਦੇ ਨਾਲ ਨਾਲ ਇੱਕ ਇੱਕ ਸ਼ਲੋਕ ਵੀ ਦਰਜ ਕੀਤਾ ਜਿਹੜਾ ਕਿ ਵੱਖ-ਵੱਖ ਗੁਰੂ ਸਾਹਿਬਾਨ ਦੀ ਰਚਨਾ ਗੀ। ਇਹਦਾ ਸਹੀ ਆਨਸਰ ਹੈ ਜੀ ਸੁਖਮਨੀ ਸਾਹਿਬ। ਇਹਦਾ ਸਹੀ ਆਨਸਰ ਆ ਅਸ਼ਟਪਦੀ ਸੁਖਮਨੀ ਸਾਹਿਬ ਦੇ ਵਿੱਚ ਵਰਤਿਆ ਗਿਆ ਹੈਗਾ। 9ਵਾਂ ਕੁਐਸਚਨ ਸਾਡੇ ਕੋਲ ਜੀ, ਆਸਾ ਦੀ ਵਾਰ ਨੂੰ ਕਿਸ ਧੁਨੀ ਉੱਪਰ ਗਾਉਣ ਦਾ ਆਦੇਸ਼ ਹੈ? ਊੜਾ ਟੁੰਡੇ ਅਸਰਾਜ ਦੀ ਧੁਨੀ, ਆੜਾ ਲੱਲੇ ਬਹਿਲੀਮੇ ਦੀ ਧੁਨੀ, ਈੜੀ ਮੂਸੇ ਦੀ ਧੁਨੀ, ਸੱਸਾ ਸਿਕੰਦਰ ਇਬਰਾਹਿਮ ਦੀ ਧੁਨੀ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਮਿਲਦੀਆਂ ਨੇ, ਉਹਨੂੰ ਪੁਰਾਤਨ 12 ਦੀਆਂ ਧੁਨੀਆਂ ਉੱਤੇ ਗਾਉਣ ਦਾ ਆਦੇਸ਼ ਦਿੱਤਾ ਗਿਆ ਗੁਰੂ ਸਾਹਿਬਾਨ ਨੇ। ਤੇ ਜਿਹੜੀ ਆਸਾ ਦੀ ਵਾਰ ਆ ਗਈ, ਉਹ ਕਿਹੜੇ ਦੀ ਵਰਤੀ ਜਾਂਦੀ ਹੈਗੀ? ਕਿਹੜੀ ਧੁਨੀ? ਟੁੰਡੇ ਅਸਰਾਜ ਦੀ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਦਿੱਤਾ ਗਾ। ਇਹਦਾ ਸਹੀ ਆਨਸਰ ਹੈ ਜੀ ਊੜਾ ਟੁੰਡੇ ਅਸਰਾਜ ਦੀ ਧੁਨੀ। ਅੱਗੇ ਜੀ ਦੇਖਦੇ ਹਾਂ 10ਵਾਂ ਕੁਐਸਚਨ, ਗੁਰੂ ਨਾਨਕ ਚਮਤਕਾਰ ਕਿਸ ਨੇ ਲਿਖਿਆ? ਜਿਹੜੀ ਗੁਰੂ ਨਾਨਕ ਚਮਤਕਾਰ ਰਚਨਾ ਗੀ, ਇਹ ਕਿਸ ਦੀ ਲਿਖਤ ਹੈਗੀ? ਪਹਿਲਾ ਆਪਸ਼ਨ ਹੈ ਜੀ ਮੋਹਨ ਸਿੰਘ, ਦੂਜਾ ਭਾਈ ਵੀਰ ਸਿੰਘ ਜੀ, ਤੀਜਾ ਗੁਰਬਖਸ਼ ਸਿੰਘ ਪ੍ਰੀਤੜੀ ਜੀ, ਚੌਥਾ ਪ੍ਰੋਫੈਸਰ ਪੂਰਨ ਸਿੰਘ। ਇਹਦਾ ਸਹੀ ਆਨਸਰ ਹੈ ਜੀ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਇਹਦਾ ਸਹੀ ਆਨਸਰ ਹੈ। ਇਹਨਾਂ ਨੇ ਕਲਗੀਧਰ ਚਮਤਕਾਰ ਵੀ ਲਿਖਿਆ ਤੇ ਅਸ਼ਟਗੁਰੂ ਚਮਤਕਾਰ। सूरा सो पहचानिए जो लरे दीन के हेत पंक्तियां किस दियां ने? ਊੜਾ ਆਪਸ਼ਨ ਹੈ ਜੀ ਗੁਰੂ ਗੋਬਿੰਦ ਸਿੰਘ ਜੀ, ਆੜਾ ਭਗਤ ਕਬੀਰ ਜੀ, ਈੜੀ ਗੁਰੂ ਨਾਨਕ ਜੀ, ਸੱਸਾ ਭਾਈ ਗੁਰਦਾਸ ਜੀ। ਇਹਦਾ ਸਹੀ ਆਨਸਰ ਹੈ ਜੀ ਆੜਾ ਭਗਤ ਕਬੀਰ ਜੀ, ਕਿਉਂਕਿ ਇਹਨਾਂ ਪੰਕਤੀਆਂ ਨੂੰ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਿਆ ਸਮਝਿਆ ਜਾਂਦਾ, ਪਰ ਇਹ ਭਗਤ ਕਬੀਰ ਜੀ ਦੀਆਂ ਲਿਖੀਆਂ ਹੋਈਆਂ ਪੰਕਤੀਆਂ ਨੇ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾੜੇ ਖੇਤ। ਜਿਹੜੀਆਂ ਪੰਕਤੀਆਂ ਨੇ ਇਹ ਭਗਤ ਕਬੀਰ ਜੀ ਦੀਆਂ ਨੇ। ਅੱਗੇ ਜੀ 12ਵਾਂ ਕੁਐਸਚਨ, ਸਿਮਰੋ ਸਿਮਰ ਸਿਮਰ ਸੁਖ ਪਾਵੋ ਦਾ ਕਰਤਾ ਹੈ? ਊੜਾ ਗੁਰੂ ਅੰਗਦ ਦੇਵ ਜੀ, ਆੜਾ ਗੁਰੂ ਨਾਨਕ ਦੇਵ ਜੀ, ਈੜੀ ਗੁਰੂ ਅਰਜਨ ਦੇਵ ਜੀ, ਸੱਸਾ ਗੁਰੂ ਤੇਗ ਬਹਾਦਰ ਜੀ। ਸੋ ਇਹ ਜਿਹੜੀਆਂ ਪੰਕਤੀਆਂ ਨੇ ਸੁਖਮਨੀ ਸਾਹਿਬ ਦੇ ਵਿੱਚੋਂ ਲਈਆਂ ਗਈਆਂ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮੈਂ ਮਿਟਾਵੋ। ਤੇ ਸ੍ਰੀ ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਰਚਨਾ, ਇਸ ਲਈ ਇਸਦਾ ਸਹੀ ਆਨਸਰ ਹੋਵੇਗਾ ਈੜੀ ਗੁਰੂ ਅਰਜਨ ਦੇਵ ਜੀ। ਅੱਗੇ ਦੇਖ ਲਈ ਜੀ ਅਗਲਾ 13ਵਾਂ ਕੁਐਸਚਨ, ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਵਿੱਚ ਮਹੱਲਾ ਦਾ ਸੰਕੇਤ ਨਹੀਂ ਮਿਲਦਾ? ਊੜਾ ਆਪਸ਼ਨ ਹੈ ਜੀ ਆਸਾ ਦੀ ਵਾਰ, ਆੜਾ ਸੁਖਮਨੀ ਸਾਹਿਬ, ਈੜੀ ਸ਼ਬਦ ਹਜ਼ਾਰੇ, ਸੱਸਾ ਜਪਜੀ ਸਾਹਿਬ। ਇਹਦਾ ਸਹੀ ਆਨਸਰ ਹੈ ਜੀ ਸੱਸਾ ਜਪਜੀ ਸਾਹਿਬ। ਜਪਜੀ ਸਾਹਿਬ ਦੇ ਵਿੱਚ ਮਹੱਲਾ ਸ਼ਬਦ ਦੀ ਵਰਤੋਂ ਨਹੀਂ ਮਿਲਦੀ। ਇਹਦਾ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਕਿ ਜਿਹੜੀ ਜਪਜੀ ਸਾਹਿਬ ਆ ਗੁਰੂ ਨਾਨਕ ਦੇਵ ਜੀ ਦੀ ਰਚਨਾ, ਤੇ ਮਹੱਲਾ ਦਾ ਅਰਥ ਹੁੰਦਾ ਘਰ, ਤੇ ਜਿਹੜੀਆਂ ਉਸ ਤੋਂ ਜਦੋਂ ਗੁਰਬਾਣੀ ਦੀ ਸੰਪਾਦਨਾ ਕੀਤੀ ਗਈ ਤੇ ਜਿਹੜਾ ਗੁਰੂ ਸਾਹਿਬਾਨ ਸੀਗੇ ਵੱਖ-ਵੱਖ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੇ ਲਈ ਮਹੱਲਾ ਸ਼ਬਦ ਵਰਤੇ ਸੀ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ।
ਸਿੱਖ ਧਰਮ 'ਚ ਵਧੇਰੇ ਕਿਸ ਮਹੀਨੇ ਦੀ ਮਹੱਤਤਾ ਹੈ? ਊੜਾ ਕੱਤਕ, ਆੜਾ ਵੈਸਾਖ, ਈੜੀ ਮਾਘ, ਸੱਸਾ ਸਾਵਣ। ਇਹਦਾ ਸਹੀ ਆਨਸਰ ਹੈ ਜੀ ਆੜਾ ਵੈਸਾਖ। ਇਸ ਦਾ ਕਾਰਨ ਹੈ ਕਿ ਸਿੱਖਾਂ ਧਰਮ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖ ਮਹੀਨੇ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਵਿਸਾਖੀ ਵਾਲੇ ਦਿਨ। ਇਸ ਕਰਕੇ ਇਸ ਮਹੀਨੇ ਦੀ ਮਹੱਤਤਾ ਸਿੱਖ ਧਰਮ ਦੇ ਵਿੱਚ ਜ਼ਿਆਦਾ ਮੰਨੀ ਜਾਂਦੀ ਹੈਗੀ। ਪੰਦਰਵਾਂ ਕੁਐਸਚਨ ਹੈ ਜੀ, ਗੁਰੂ ਨਾਨਕ ਜੀ ਨੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ। ਕਿਹੜੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ? ਊੜਾ ਜਗਨਨਾਥਪੁਰੀ, ਆੜਾ ਰਿਸ਼ੀਕੇਸ਼, ਈੜੀ ਕੁਰੂਕਸ਼ੇਤਰ, ਸੱਸਾ ਹਰਿਦੁਆਰ। ਇਹਦਾ ਸਹੀ ਆਨਸਰ ਹੈ ਜੀ ਆਰਤੀ ਦਾ ਜਿਹੜਾ ਸ਼ਬਦ ਸੀਗਾ ਗगन में थार अब चंद दीपक बने तारका मंडल जनक मोती तू मलियानो पवन चबर गुरु सगल बने आए फलंत ज्योति। ਜਿਹੜਾ ਸ਼ਬਦ ਹੈਗਾ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਇਹ ਸ਼ਬਦ ਕਿੱਥੇ ਉਚਾਰਿਆ ਗਿਆ ਸੀਗਾ? ਇਹ ਉਚਾਰਿਆ ਗਿਆ ਸੀ ਜਗਨਨਾਥਪੁਰੀ ਦੇ ਵਿੱਚ। ਇਹਦਾ ਸਹੀ ਆਨਸਰ ਹੈ ਜੀ ਊੜਾ ਜਗਨਨਾਥਪੁਰੀ। 16ਵਾਂ ਕੁਐਸਚਨ ਹੈ ਜੀ ਸਾਡੇ ਕੋਲੇ, ਅਚਲ ਬਟਾਲੇ ਜੋਗੀਆਂ ਨਾਲ ਹੋਈ ਚਰਚਾ ਕਿਸ ਬਾਣੀ ਵਿੱਚ ਦਰਜ ਹੈ? ਜਿਹੜੀ ਅਚਲ ਬਟਾਲੇ ਵਿੱਚ ਜੋਗੀਆਂ ਦੇ ਨਾਲ ਚਰਚਾ ਹੁੰਦੀ ਹੈ ਕਿਸ ਬਾਣੀ ਦੇ ਵਿੱਚ ਦਰਜ ਹੈ? ਸਾਡੇ ਕੋਲੇ ਆਪਸ਼ਨ ਹੈ ਜੀ ਊੜਾ ਸਿੱਧ ਗੋਸ਼ਟ, ਆੜਾ ਜਪਜੀ ਸਾਹਿਬ, ਈੜੀ 12ਵਾਂ ਤੁਖਾਰੀ, ਸੱਸਾ ਪੱਟੀ ਰਾਗ ਆਸਾ। ਜਿਹੜੇ ਅਚਲ ਬਟਾਲੇ ਦੇ ਵਿੱਚ ਜੋਗੀਆਂ ਨਾਲ ਗੁਰੂ ਨਾਨਕ ਦੇਵ ਜੀ ਚਰਚਾ ਕਰਦੇ ਨੇ ਉਹ ਕਿਹੜੀ ਬਾਣੀ ਦੇ ਵਿੱਚ ਦਰਜ ਹੈਗਾ? ਇਹਦਾ ਸਹੀ ਆਨਸਰ ਹੈ ਜੀ ਊੜਾ ਸਿੱਧ ਗੋਸ਼ਟ। ਇਹਦੇ ਨਾਂ ਤੋਂ ਹੀ ਪਤਾ ਲੱਗਦਾ ਕਿ ਗੋਸ਼ਟ ਹੋਈ ਸੀ ਸਿੱਧਾਂ ਤੇ ਗੁਰੂ ਨਾਨਕ ਦੇਵ ਜੀ ਦੇ ਵਿਚਕਾਰ। ਉਸ ਰਚਨਾ ਨੂੰ ਸਿੱਧ ਗੋਸ਼ਟ ਦੇ ਵਿੱਚ ਅੰਕਿਤ ਨੇ। ਅੱਗੇ ਜੀ ਸਾਡੇ ਕੋਲੇ 17ਵਾਂ ਕੁਐਸਚਨ, ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ? ਊੜਾ 112, ਆੜਾ 130, ਈੜੀ 57, ਸੱਸਾ 62। ਇਹਦਾ ਸਹੀ ਆਨਸਰ ਹੈ ਜੀ ਗੁਰੂ ਅੰਗਦ ਦੇਵ ਜੀ ਨੇ 62 ਸ਼ਲੋਕਾਂ ਦੀ ਰਚਨਾ ਕੀਤੀ ਹੈਗੀ। ਬਾਕੀ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਮਿਲਦੀਆਂ ਨੇ ਪਰ ਗੁਰੂ ਅੰਗਦ ਦੇਵ ਜੀ ਦੇ 62 ਸ਼ਲੋਕ ਸਾਨੂੰ ਮਿਲਦੇ ਨੇ। 18ਵਾਂ ਕੁਐਸਚਨ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੈ? ਬਾਬਾ ਬੁੱਢਾ ਜੀ ਨੂੰ, ਭਾਈ ਗੁਰਦਾਸ ਜੀ ਨੂੰ, ਬਾਬਾ ਸੁੰਦਰ ਜੀ ਨੂੰ, ਸੱਤਾ ਤੇ ਬਲਵੱਡ ਨੂੰ। ਇਹਦਾ ਸਹੀ ਆਨਸਰ ਹੈ ਜੀ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਬਾਬਾ ਬੁੱਢਾ ਜੀ ਇਸ ਦਾ ਸਹੀ ਆਨਸਰ ਹੈ। 19ਵਾਂ ਕੁਐਸਚਨ ਹੈ ਜੀ, ਆਦਿ ਗ੍ਰੰਥ ਵਿਚਲੀਆਂ ਘੋੜੀਆਂ ਦਾ ਕਰਤਾ ਹੈ? ਊੜਾ ਗੁਰੂ ਨਾਨਕ ਜੀ, ਆੜਾ ਅਮਰਦਾਸ ਜੀ, ਈੜੀ ਗੁਰੂ ਰਾਮਦਾਸ ਜੀ, ਸੱਸਾ ਗੁਰੂ ਅਮਰਦਾਸ ਜੀ। ਇਹਦਾ ਸਹੀ ਆਨਸਰ ਹੈ ਜੀ ਈੜੀ ਗੁਰੂ ਰਾਮਦਾਸ ਜੀ ਘੋੜੀਆਂ ਦਾ ਕਰਤਾ ਨੇ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਘੋੜੀਆਂ ਮਿਲਦੀਆਂ, ਲੋਕ ਕਾਵਿ ਰੂਪ ਜਿਹੜਾ ਘੋੜੀਆਂ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਿਲਦਾ ਹੈਗਾ, ਜਿਸ ਦੀ ਰਚਨਾ ਵੀ ਗੁਰੂ ਰਾਮਦਾਸ ਜੀ ਨੇ ਕੀਤੀ ਹੈ। 20ਵਾਂ ਕੁਐਸਚਨ ਹੈ ਸਾਡੇ ਕੋਲੇ, ਆਦਿ ਗ੍ਰੰਥ ਵਿੱਚ ਜਿਹੜੀਆਂ ਗੁਰੂ ਰਾਮਦਾਸ ਰਚਿਤ ਘੋੜੀਆਂ ਕਿਸ ਰਾਗ ਦੇ ਵਿੱਚ ਨੇ? ਆਪਾਂ ਪਹਿਲਾਂ ਕਰਕੇ ਆਏ ਸੀ ਵੀ ਗੁਰੂ ਰਾਮਦਾਸ ਦੀਆਂ ਰਚੀਆਂ ਹੋਈਆਂ ਨੇ, ਕਿਹੜੇ ਰਾਗ ਕਿਹੜੇ ਵਿੱਚ ਨੇ? ਪਹਿਲਾ ਆਪਸ਼ਨ ਹੈ ਜੀ ਊੜਾ ਬੜਹੰਸ, ਆੜਾ ਸਾਰੰਗ, ਈੜੀ ਗੁਜਰੀ, ਸੱਸਾ ਸੂਹੀ। ਇਹਦਾ ਸਹੀ ਆਨਸਰ ਹੈ ਜੀ ਊੜਾ ਬੜਹੰਸ ਰਾਗ ਦੇ ਵਿੱਚ ਸਾਨੂੰ ਇਹ ਜਿਹੜੀਆਂ ਘੋੜੀਆਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਜੀ ਦੀਆਂ ਰਚੀਆਂ ਹੋਈਆਂ ਮਿਲਦੀਆਂ ਨੇ। ਸੋ ਇਹ ਸੀ ਅੱਜ ਦਾ ਟੈਸਟ ਤੇ ਇਸ ਟੈਸਟ ਦੇ ਵਿੱਚ ਤੁਹਾਡੇ ਕਿੰਨੇ ਮਾਰਕਸ ਆਏ ਨੇ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਸਾਡੀ ਆਉਣ ਵਾਲੀ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ ਜੀ।